ਲੀਹੇ ਲੀਹੇ ਗਾਡੀ ਚੱਲਦੇ, ਲੀਹੇ ਚੱਲਦੇ ਭੂਤ, ਤਿੰਨੇ ਲੀਹੇ ਨਾ ਚੱਲਦੇ, ਸਿੰਘ ਸੂਰਮਾ ਸਪੂਤ। ਸਮੇਂ ਅਨੁਸਾਰ ਜਿਹੜੇ ਸਪੂਤ ਨੇ ਉਹ ਨਵੀਆਂ ਲੀਹਾਂ ਪਾਉਂਦੇ, ਤੇ ਨਵੀਆਂ ਲੀਹਾਂ ਪਾਉਣ ਲੱਗਿਆਂ ਕਦੀ ਟਰੈਕਟਰ ਦਾ ਐਕਸਲ ਟੁੱਟ ਜਾਂਦਾ, ਕਦੀ ਗੱਡਾ ਫਸ ਜਾਂਦਾ, ਕਦੀ ਕਹੀ ਟੁੱਟ ਜਾਂਦੀ, ਕਦੀ ਆਪਣੀ ਲੱਤ 'ਤੇ ਵੱਜ ਜਾਂਦੀ ਹੈ। ਬੜੀਆਂ ਸਮੱਸਿਆਵਾਂ ਆਉਂਦੀਆਂ ਹੀ ਨੇ, ਪਤਾ ਹੀ ਹੈ। ਨਿਰੀਆਂ ਜ਼ਿਮੀਂਦਾਰਾਂ ਨੂੰ ਨਹੀਂ, ਆਪਾਂ ਨੂੰ ਸਭ ਨੂੰ ਪਤਾ। ਜਦੋਂ ਸਰਕਾਰ ਵੀ ਸੜਕਾਂ ਬਣਾਉਂਦੀ ਹੈ ਨਾ, 2-2 ਸਾਲ ਲੱਗ ਜਾਂਦੇ ਨੇ, ਦੁਕਾਨਾਂ ਬੰਦ ਹੋ ਜਾਂਦੀਆਂ ਨੇ, ਬੜੀਆਂ ਮੁਸ਼ਕਿਲਾਂ ਆਉਂਦੀਆਂ ਨੇ। ਉਸ ਤੋਂ ਬਾਅਦ ਸਹੂਲਤ ਹੋ ਜਾਂਦੀ। ਸੋ ਆਪ ਜੀ ਨੂੰ ਬੇਨਤੀ ਹੈ ਕਿ ਹੁਣ ਆਪ ਜੀ ਵੀ ਕਿਰਪਾ ਕਰੋ, ਆਪ ਜੀ ਸਾਰੇ ਹੀ ਨਵੀਆਂ ਲੀਹਾਂ ਪਾਓ। ਬੇਨਤੀ ਮੈਂ ਕਰਾਂਗਾ, ਮੰਨਣ ਦੀ ਕਿਰਪਾ ਆਪ ਜੀ ਕਰੋ। ਆਪ ਜੀ ਨੇ ਡਾਕਟਰ ਸਰਬਪ੍ਰੀਤ ਸਿੰਘ ਜੀ ਤੋਂ ਆਯੁਰਵੇਦ ਵਿੱਚੋਂ ਕੁਝ ਗੱਲਾਂ ਸੁਣੀਆਂ ਨੇ, ਉਹ ਤਾਂ ਵਿਦਵਾਨ ਨੇ। ਮੈਂ ਆਪ ਜੀ ਨੂੰ ਆਪਣੀ ਸਰਲ ਭਾਸ਼ਾ ਵਿੱਚ ਕੁਝ ਬੇਨਤੀਆਂ ਕਰ ਦੇਣਾ। ਹੁਣ ਆਪ ਜੀ ਸੋਚੋਗੇ ਕਿ ਕਥਾ ਕੀਰਤਨ ਧਾਰਮਿਕ ਸਥਾਨ ਤੇ ਆਯੁਰਵੇਦ ਦਾ ਕੀ ਮਤਲਬ ਹੈ, ਇੱਥੇ ਸਿਹਤ ਦਾ ਕੀ ਮਤਲਬ ਹੈ। ਇੱਥੇ ਸਿਹਤ ਦਾ ਮਤਲਬ ਇਹ ਹੈ ਕਿ ਗੁਰਬਾਣੀ ਵਿੱਚ ਲਿਖਿਆ ਸਾਨੂੰ ਸਿਹਤਮੰਦ ਰਹੋ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਬਾਣੀ ਨੂੰ ਮੱਥਾ ਟੇਕ ਛੱਡਦੇ ਹਾਂ, ਪੜ੍ਹਦੇ ਹੈ ਹੀ ਨਹੀਂ। ਜੇ ਪੜ੍ਹ ਲਈਏ ਕਿਤੇ ਤਾਂ ਮੰਨਦੇ ਨਹੀਂ। ਗੁਰਬਾਣੀ ਵਿੱਚ ਲਿਖਿਆ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਹੋਏ ਅਰੋਗਾ। ਅਰੋਗ, ਰੋਗ ਰਹਿਤ। ਰੋਗ ਰਹਿਤ ਹੋਣ ਲਈ ਇਸ਼ਨਾਨ ਕਰ, ਭਾਵ ਹਰੇਕ ਪ੍ਰਕਾਰ ਦੀ 9 ਦੁਆਰਿਆਂ ਦੀ 5 ਤੱਤ ਦੇ ਸਰੀਰ ਦੀ ਸਫਾਈ ਕਰ। ਕੁੱਲ ਮਿਲਾ ਕੇ ਮੇਰਾ ਬੇਨਤੀ ਕਰਨ ਤੋਂ ਭਾਵ ਹੈ ਕਿ ਅਰੋਗ ਹੋਣ ਦਾ ਸਾਨੂੰ ਆਦੇਸ਼ ਹੈ, ਸੱਚੇ ਪਾਤਸ਼ਾਹ ਵੱਲੋਂ ਗੁਰਬਾਣੀ 'ਚ ਆਦੇਸ਼ ਹੈ। ਉਸ ਬਾਣੀ ਦੀ ਤੁਕ ਨੂੰ ਆਧਾਰ ਮੰਨ ਕੇ ਮੈਂ ਬੇਨਤੀਆਂ ਕਰਨ ਲੱਗਾ। ਇੱਕ ਸਮਾਂ ਸੀ ਜਦੋਂ ਰੋਟੀ ਬੜੀ ਮੁਸ਼ਕਲ ਮਿਲਦੀ ਹੁੰਦੀ ਸੀ, ਥੋੜ੍ਹੀ ਥੋੜ੍ਹੀ ਜਿਹੀ ਪੈਲੀ ਹੁੰਦੀ ਸੀ, ਮੀਂਹ ਨਾਲ ਫਸਲ ਹੁੰਦੀ ਸੀ, ਪਾਣੀ ਖੂਹਾਂ ਦੇ ਕਦੀ ਹੁੰਦੇ ਸੀ, ਟਿੰਡਾਂ ਦੇ ਨਾਲ ਆਉਂਦਾ ਸੀ, ਮਾਲ ਟੁੱਟ ਜਾਂਦੀ ਸੀ, ਸਾਰਾ ਦਿਨ ਫੜੇ ਵਾਹੁੰਦੇ ਰਹਿੰਦੇ ਸੀ। ਜਦੋਂ ਰੋਟੀ ਮਸਾਂ ਮਿਲਣੀ ਸੀ, ਉਦੋਂ ਪਰੌਂਠੇ ਕਿੱਥੇ ਮਿਲਣੇ ਸੀ। ਜਿਹੜੀ ਕਹਾਵਤ ਹੈ ਨਾ, 2-2 ਤੇ ਨਾਲੇ ਉਹ ਵੀ ਚੋਪੜੀਆਂ, ਸੁੱਕੀਆਂ ਹੀ ਮਸਾਂ ਮਿਲਦੀਆਂ ਸੀ। ਇਸ ਕਰਕੇ ਉਦੋਂ ਪਰੌਂਠੇ ਅਤੇ ਇਸ ਤਰ੍ਹਾਂ ਦੇ ਮਲਾਈਆਂ, ਦੁੱਧ, ਦਹੀਂ, ਘਿਓ ਕਿਸਮਤ ਵਾਲਿਆਂ ਨੂੰ ਮਿਲਦਾ ਸੀ, ਉਹਦਾ ਰਿਵਾਜ ਸੀ। ਅਤੇ ਉਦੋਂ ਵਰਜਿਸ਼ ਇੰਨੀ ਹੁੰਦੀ ਸੀ, ਇੰਨੀ ਵਰਜਿਸ਼ ਹੁੰਦੀ ਸੀ ਕਿ ਸਾਰਾ ਦਿਨ ਹਲ ਵਾਹੁੰਦੇ ਰਹਿਣਾ, ਪਤਾ ਨਹੀਂ ਕਿੰਨੇ ਕਿਲੋਮੀਟਰ ਚੱਲੀ ਜਾਣਾ, ਤੇ ਸਾਰਾ ਦਿਨ ਫੜੇ ਵਾਹੁੰਦੇ ਰਹਿਣਾ। ਬਈ ਜੋ ਵੀ ਦੁੱਧ ਘਿਓ ਖਾਧਾ ਹੁੰਦਾ ਸੀ, ਪਰੌਂਠੇ ਖਾਧੇ ਹੁੰਦੇ ਸੀ, ਉਹ ਤੇ ਝੱਟ ਹਜਮ ਹੋ ਜਾਂਦੇ ਸੀ, ਜਾਂਦੇ ਲੱਭਦੇ ਹੀ ਨਹੀਂ ਸੀ। ਉਦੋਂ ਇਹ ਚੀਜ਼ਾਂ ਮਿਲਦੀਆਂ ਵੀ ਕਦੀ ਕਦੀ ਸਨ, ਤੇ ਜੋ ਛਕਿਆ ਜਾਂਦਾ ਸੀ, ਲੱਕੜ ਹਜਮ, ਪੱਥਰ ਹਜਮ, ਉਹ ਰੜਕਦਾ ਹੀ ਨਹੀਂ ਸੀ। ਉਸ ਤੋਂ ਉਪਰੰਤ ਜਿਵੇਂ ਵਿਗਿਆਨ ਨੇ ਸਾਨੂੰ ਸੁੱਖ ਸਹੂਲਤਾਂ ਦੇ ਦਿੱਤੀਆਂ, ਨਾਲ ਹੀ ਸਾਨੂੰ ਰੋਗ ਦੇ ਦਿੱਤੇ ਨੇ। ਇੱਕ ਏਅਰ ਕੰਡੀਸ਼ਨ ਬਿਮਾਰੀ ਆ ਗਈ, ਇੱਕ ਲਿਫਟ ਆ ਗਈ। ਜਿਹਨੇ ਪੌੜੀਆਂ ਚੜ੍ਹਨਾ ਉਹ ਵੀ ਆਉਂਦਾ ਵੀ ਨਹੀਂ, ਲਿਫਟ 'ਤੇ ਹੀ ਚੜ੍ਹਾਂਗੇ, ਹੁਣ 1 ਮੰਜ਼ਿਲ ਵੀ ਨਹੀਂ ਮੈਂ ਚੜ੍ਹਨਾ। ਕਾਰਾਂ ਆ ਗਈਆਂ, ਸਕੂਟਰ ਨੇ ਹੋਰ ਵੀ ਬੜੀ ਵਧੀਆ ਸਹੂਲਤ ਦਿੱਤੀ ਹੈ। ਜੇ ਦੁਕਾਨ 'ਤੇ ਸੌਦਾ ਲੈਣ ਜਾਣਾ ਤਾਂ ਵੀ ਨਹੀਂ ਪੈਦਲ ਜਾਣਾ। ਸੋ ਇਸ ਤਰ੍ਹਾਂ ਦੀਆਂ ਸਹੂਲਤਾਂ ਜਿੰਨੀਆਂ ਆ ਗਈਆਂ, ਉਹਨਾਂ ਨੇ ਸਾਡੀ ਸਰੀਰਕ ਵਰਜਿਸ਼ ਘਟਾ ਦਿੱਤੀ, ਜਿਸ ਕਰਕੇ ਸਾਡੇ ਭਾਰੇ ਸਵਾਦੀ ਭੋਜਨ ਪਚਣੋਂ ਹਟ ਗਏ ਨੇ। ਨਹੀਂ ਤਾਂ ਜੇ ਧਿਆਨ ਨਾਲ ਵੇਖੋ, ਜਿੰਨੇ ਚਿੱਟੀਆਂ ਦਾੜੀਆਂ ਵਾਲੇ ਨੇ, ਤੁਸੀਂ ਸੋਚੋ ਜ਼ਰਾ 50 ਸਾਲ ਪਹਿਲੋਂ ਕਦੀ ਕਿਸੇ ਨੂੰ ਸ਼ੂਗਰ ਹੁੰਦੀ ਸੀ? ਕਦੀ ਨਹੀਂ ਸੀ ਹੁੰਦੀ, ਕਿਉਂਕਿ ਪੈਦਲ ਹੀ ਜਾਣਾ ਹੁੰਦਾ ਸੀ, ਹੱਦ ਸਾਈਕਲ 'ਤੇ ਜਾਣਾ ਸੀ। ਨਾ ਸ਼ੂਗਰ ਹੁੰਦੀ ਸੀ, ਨਾ ਹਾਰਟ ਅਟੈਕ ਹੁੰਦਾ ਸੀ। ਹੁਣ ਤਾਂ ਇਹ ਲੱਭਣਾ ਪੈਂਦਾ ਵੀ
ਕਿਹਨੂੰ ਸ਼ੂਗਰ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਦੋ ਮੁੱਖ ਕਾਰਨ ਨੇ। ਡਾਕਟਰ ਇਕਬਾਲ ਸਿੰਘ ਜੀ ਪ੍ਰਾਕਿਰਤਿਕ ਚਿਕਿਤਸਾ ਦੇ ਬਹੁਤ ਵਿਦਵਾਨ ਨੇ, ਉਹ ਬੜੀ ਵਿਆਖਿਆ ਨਾਲ ਇਹਨਾਂ ਚੀਜ਼ਾਂ ਨੂੰ ਦੱਸ ਸਕਦੇ ਨੇ। ਮੈਂ ਸੰਖੇਪ 'ਚ ਬੇਨਤੀ ਕਰਾਂ, ਇਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ ਸਾਡਾ ਭੋਜਨ, ਦੂਸਰਾ ਕਾਰਨ ਹੈ ਸਾਡੀ ਜੀਵਨ ਚਰਿਆ। ਭੋਜਨ ਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਸਵਾਦੀ ਭੋਜਨ ਛਕੋ ਪਰ ਸੁਪਚ ਛਕੋ, ਜਿਹੜਾ ਸੌਖਾ ਪਚ ਜਾਏ ਪਰ ਸਵਾਦ ਵੀ ਹੋਵੇ। ਬੇਸਵਾਦ ਖਾਧੀ ਚੀਜ਼ ਜਿਹੜੀ ਹੈ ਉਹ ਅੰਦਰ ਜਾ ਕੇ ਸਰੀਰ ਨੂੰ ਬਹੁਤਾ ਲਾਭ ਨਹੀਂ ਕਰਦੀ, ਦਵਾਈ ਦੇ ਰੂਪ ਵਿੱਚ ਠੀਕ ਹੈ। ਸੁਪਚ ਭੋਜਨ ਦੇ ਵਿੱਚ ਭਾਵ ਇਹ ਹੈਗਾ ਕਿ ਤਲੀਆਂ ਚੀਜ਼ਾਂ ਨਾ ਹੋਣ, ਗੁਲਾਬ ਜਾਮਣੂ, ਰਸਗੁੱਲੇ, ਜਲੇਬੀਆਂ, ਬੂੰਦੀ, ਪਕੌੜੇ, ਸਮੋਸੇ, ਪਰੌਂਠੇ ਆਦਿ ਆਦਿ ਆਦਿ। ਹੁਣ ਤੁਸੀਂ ਸੋਚੋਗੇ ਵੀ ਫਿਰ ਸੁੱਕੀ ਰੋਟੀ ਖਾਇਆ ਕਰੀਏ, ਮੂਲੀ ਨਾਲ ਅੰਦਰ ਧੱਕ ਲਿਆ ਕਰੀਏ, ਉਹੀ ਤੇ ਲੰਘਣੀ ਨਹੀਂ ਗੀ। ਨਹੀਂ, ਸੁਪਚ ਭੋਜਨ ਜਿਹੜਾ ਸੌਖਾ ਪਚੇ ਤੇ ਸਵਾਦੀ ਵੀ ਰਵੇ। ਉਹਦੇ ਵਿੱਚੋਂ ਇੱਕ ਚੀਜ਼ ਮੈਂ ਆਪ ਜੀ ਨੂੰ ਬੇਨਤੀ ਕਰ ਦਿੰਦਾ, ਉਸ ਤੋਂ ਉਪਰੰਤ ਫਿਰ ਹੌਲੀ ਹੌਲੀ ਅਗਲੀਆਂ ਬੇਨਤੀਆਂ ਫੇਰ ਕਰਾਂਗਾ। ਆਮ ਤੌਰ 'ਤੇ ਆਪਾਂ ਨੂੰ ਸਭ ਨੂੰ ਆਦਤ ਹੈ ਕਿ ਸਵੇਰੇ ਮੂਲੀਆਂ ਵਾਲੇ ਪਰੌਂਠੇ, ਆਲੂਆਂ ਵਾਲੇ ਪਰੌਂਠੇ ਤਲ ਕੇ ਉਹਦੇ ਮੱਖਣ ਨਾਲ ਤੇ ਦਹੀਂ ਨਾਲ ਛਕਣੇ। ਪਹਿਲੋਂ ਤਲਿਆ, ਫਿਰ ਮੱਖਣ ਲਾ ਲਿਆ, ਫਿਰ ਦਹੀਂ ਲਾ ਲਿਆ, ਉਹ ਪਚਦੇ ਨਹੀਂ ਸਨ। ਇਸ ਕਰਕੇ ਆਪਾਂ ਥੰਧਿਆਈ ਘਟਾ ਦਈਏ, ਥੰਧਿਆਈ ਬੰਦ ਨਹੀਂ ਕਰਨੀ। ਡਾਕਟਰਾਂ ਦੀਆਂ ਗੱਲਾਂ ਤੇ ਨਾ ਜਾਓ ਕਿ ਬਿਲਕੁਲ ਨਹੀਂ ਥੰਧਿਆਈ ਵਰਤਣੀ, ਕਿਉਂਕਿ ਸਰੀਰ ਨੂੰ ਲੋੜ ਹੈ ਥੰਧਿਆਈ ਦੀ, ਪਰ ਥੋੜ੍ਹੀ ਮਾਤਰਾ 'ਚ, ਬਿਲਕੁਲ ਥੋੜ੍ਹੀ ਮਾਤਰਾ, ਜਿੰਨੀ ਕੁ ਪਚੇ। ਜੇ ਧਿਆਨ ਕਰੀਏ ਆਪ ਨੂੰ ਪਤਾ ਲੱਗਦਾ ਕਿ ਮੈਨੂੰ ਕਿੰਨੀ ਕੁ ਪਚਦੀ ਹੈ। ਸਾਧ ਸੰਗਤ ਜੀ, ਵਿਸ਼ੇਸ਼ ਰੂਪ 'ਚ ਸਾਡੀਆਂ ਭੈਣਾਂ ਤੇ ਮਾਤਾਵਾਂ, ਪਰੌਂਠੇ ਦੀ ਬਦਲ ਮੈਂ ਆਪ ਜੀ ਨੂੰ ਦੱਸ ਦਿੰਦਾ, ਉਹ ਆਪ ਜੀ ਘਰ 'ਚ ਬਣਾ ਕੇ ਵੇਖੋ, ਪਰੌਂਠੇ ਨਾਲੋਂ ਕਿਤੇ ਵੱਧ ਸਵਾਦ ਬਣੇਗਾ। ਤੇ ਬਿਨਾਂ ਤਲੇ ਤੋਂ ਸਬਜ਼ੀਆਂ ਮੂਲੀ ਕੰਡਾ ਕਰ ਲਓ, ਨਾ ਬਹੁਤ ਜ਼ਿਆਦਾ ਮੋਟੀ ਤੇ ਨਾ ਬਹੁਤੀ ਬਰੀਕ। ਇੱਕ ਕੌਲੀ ਸਬਜ਼ੀਆਂ ਦੀ ਮੂਲੀ ਕੰਡਾ ਕੀਤੀਆਂ ਦੀ ਹੋਵੇ, ਰਲੀਆਂ ਮਿਲੀਆਂ ਕੁਛ ਵੀ ਹੋਣ, ਖੀਰਾ ਟਮਾਟਰ ਨਹੀਂ, ਕਿਉਂਕਿ ਉਹਦੇ 'ਚ ਪਾਣੀ ਪਾਣੀ ਹੁੰਦਾ, ਬਾਕੀ ਦਾ ਪਦਾਰਥ ਨਹੀਂ ਹੁੰਦਾ। ਕੱਦੂ, ਗੋਭੀ, ਗਾਜਰ, ਮੂਲੀ ਆਦਿ ਆਦਿ ਜੋ ਤੁਹਾਡਾ ਜੀ ਕਰੇ ਆਪਣੇ ਸਵਾਦ ਅਨੁਸਾਰ, ਇੱਕ ਕੌਲੀ ਮੂਲੀ ਕੰਡਾ ਕੀਤੀ ਸਬਜ਼ੀ, ਉਹਦੇ ਵਿੱਚ ਅੱਧੀ ਕੌਲੀ ਆਟੇ ਦੀ ਪਾ ਲਓ। ਇੱਕ ਮਿਣ ਕੇ ਪਾਉਣਾ, ਐਵੇਂ ਹੀ ਨਹੀਂ। ਇੰਨਾ ਕੀ ਹੋਏਗਾ, ਮਿਣ ਕੇ ਪਾਓ। ਇੱਕ ਕੌਲੀ ਸਬਜ਼ੀ, ਅੱਧੀ ਕੌਲੀ ਆਟਾ, ਉਹਨੂੰ ਉਹਦੇ ਨਾਲ ਗੁੰਨ ਲਓ। ਹੋ ਸਕਦਾ ਸਬਜ਼ੀਆਂ ਦੇ ਪਾਣੀ ਨਾਲ ਹੀ ਗੁੱਝ ਜਾਵੇ, ਨਹੀਂ ਤਾਂ 2 ਚਮਚੇ ਦਹੀਂ ਉਹਦੇ ਵਿੱਚ ਪਾ ਲਓ। ਉਸ ਤੋਂ ਉਪਰੰਤ ਫੇਰ ਵੀ ਜੇ ਲੋੜ ਪਵੇ 1 ਚਮਚਾ ਘਿਓ ਦਾ ਜਾਂ ਤੇਲ ਦਾ ਉਹਦੇ ਵਿੱਚ ਪਾ ਲਓ, ਛੋਟਾ ਚਮਚਾ, ਕਿਉਂਕਿ ਇੱਕ ਕੌਲੀ ਹੈ ਨਾ। ਬਾਕੀ ਇਹਦੇ ਅਨੁਸਾਰ ਮਾਤਰਾ ਬਣਾ ਕੇ ਜਿੰਨਾ ਪਦਾਰਥ ਵੱਧਦਾ ਜਾਵੇ, ਅਨੁਪਾਤ ਉਹ ਹੀ ਰੱਖ ਕੇ ਜਿੰਨਾ ਮਰਜ਼ੀ ਵਧਾ ਲਓ। ਉਹਨੂੰ ਗੁੰਨ ਕੇ ਮਿਲਾ ਕੇ ਪੋਲਾ ਪੋਲਾ ਉਹਦਾ ਪ੍ਰਸ਼ਾਦਾ ਸਾਦੇ ਤਵੇ ਤੇ ਪਕਾਓ। ਹੁਣ ਉਹਦਾ ਪ੍ਰਸ਼ਾਦਾ ਵੇਲਿਆ ਨਹੀਂ ਜਾਣਾ ਤੇ ਤੁਹਾਡੇ ਹੱਥ 'ਚ ਵੀ ਨਹੀਂ ਬਣਨਾ, ਉਹ ਨਾ ਉਹਦਾ ਪੇੜਾ ਬਣਨਾ। ਤਵੇ ਤੇ ਜਰਾ ਜਰਾ ਕੁ ਘਿਓ ਚੋਪੜ ਕੇ, ਕੋਈ ਵੀ ਥੰਧਿਆਈ ਤਵੇ ਤੇ ਜੜਾ ਕੁ ਚੋਪੜ ਕੇ ਉਹਦੇ ਉੱਤੇ ਉਹ ਸਬਜ਼ੀਆਂ ਵਾਲਾ ਆਟਾ ਰੱਖ ਕੇ ਉਹਨੂੰ ਉੱਤੋਂ ਜਰਾ ਜਰਾ ਪੋਲਾ ਪੋਲਾ ਉਹਨੂੰ ਥੱਪ ਦਿਓ। ਉਹ ਬਹੁਤਾ ਵੱਡਾ ਨਹੀਂ ਬਣਨਾ, ਗਿੱਠ ਦਾ ਪ੍ਰਸ਼ਾਦਾ ਨਹੀਂ ਬਣੇਗਾ, ਇੰਨਾ ਕੁ ਬਣੇਗਾ। ਉਹਨੂੰ ਉਹਦੇ ਤੇ ਰੱਖ ਕੇ ਥੱਪ ਦਿਓ, ਬਹੁਤਾ ਪਤਲਾ ਵੀ ਨਹੀਂ ਹੋਣਾ, ਪੋਲਾ ਪੋਲਾ ਜਿਹਾ। ਜਦੋਂ ਥੱਲਿਓਂ ਜਰਾ ਕੁ ਪੱਕ ਗਿਆ, ਉਹਨੂੰ ਲੁੱਧ ਲਓ, ਫੇਰ 2 ਵਾਰੀ ਕਰ ਲਓ। ਉਹਨੂੰ ਇਸ ਤਰ੍ਹਾਂ ਪਕਾਓ ਮੱਠੀ ਜਿਹੀ ਅੱਗ ਤੇ। ਹਾਂ, ਜਿਹੜੀ ਗੱਲ ਮੈਂ ਭੁੱਲ ਗਿਆ, ਲੂਣ, ਮਿਰਚ, ਮਸਾਲਾ, ਖਟਿਆਈ ਆਪਣੇ ਆਪਣੇ ਸਵਾਦ ਅਨੁਸਾਰ ਉਹਦੇ ਵਿੱਚ ਪਾ ਲਓ। ਮੁੱਖ ਰੂਪ ਦੇ ਵਿੱਚ ਜਿੰਨੀਆਂ ਸਬਜ਼ੀਆਂ, ਅੱਧਾ ਆਟਾ, ਜੇ ਲੋੜ ਪਵੇ 2 ਚਮਚੇ ਦਹੀਂ ਅਤੇ 1 ਚਮਚਾ ਘਿਓ ਜਾਂ ਤੇਲ,
ਇਹ ਪਾ ਕੇ ਉਹਨੂੰ ਮਿਲਾ ਕੇ ਸਾਦੇ ਤਵੇ ਤੇ ਜਰਾ ਕੁ ਉਹਨੂੰ ਚੋਪੜ ਕੇ ਇੱਕ ਪ੍ਰਸ਼ਾਦਾ ਉਹਦੇ ਉੱਤੇ ਰੱਖ ਕੇ ਹੀ ਥਾਪੜ ਕੇ ਬਣਾ ਲਓ। ਉਸ ਤੋਂ ਉਪਰੰਤ ਲੋੜ ਅਨੁਸਾਰ ਜਿਵੇਂ ਵੀ ਤੁਹਾਨੂੰ ਸਭ ਨੂੰ ਪਤਾ ਪਕਾਉਣ ਵਾਲਿਆਂ ਨੂੰ ਉਹਨੂੰ ਥੁੱਲ ਕੇ ਪਕਾਈ ਚਲੋ। ਇਹ ਪ੍ਰਸ਼ਾਦਾ ਐਡਾ ਸਵਾਦ ਬਣੇਗਾ, ਐਡਾ ਸਵਾਦ ਬਣੇਗਾ ਕਿ ਪਰੌਂਠਿਆਂ ਨੂੰ ਭੁੱਲ ਜਾਓਗੇ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁੱਕੇਗਾ ਨਹੀਂ। ਪਰ ਇੱਕ ਗੱਲ ਹੈ, ਉਹਨੂੰ ਪੌਣੇ 'ਚ ਨਹੀਂ ਲਪੇਟਣਾ, ਕਿਉਂਕਿ ਪੌਣਾ ਪਾਣੀ ਪੀ ਲੈਂਦਾ। ਨਾ ਉਹਨੂੰ ਟਿਸ਼ੂ ਪੇਪਰ 'ਚ ਲਪੇਟਣਾ, ਪਾਣੀ ਨਾਲ ਹੀ ਪ੍ਰਸ਼ਾਦਾ ਗਿੱਲਾ ਰਹਿਣਾ। ਜਿਹੜੀ ਉਹਦੇ ਵਿੱਚ ਨਮੀ ਹੈ ਨਾ, ਭਾਵੇਂ ਕੋਈ ਵੀ ਪਾਣੀ ਹੈ, ਉਹਦੇ ਨਾਲ ਉਹਨੇ ਪੋਲਾ ਰਹਿਣਾ, ਨਹੀਂ ਤਾਂ ਸੁੱਕ ਕੇ ਸਖਤ ਹੋ ਜਾਏਗਾ। ਉਹਨੂੰ ਕਿਸੇ ਚੀਜ਼ 'ਚ ਲਪੇਟ ਕੇ ਰੱਖ ਦਿਓ, ਸੁੱਕੇਗਾ ਨਹੀਂ, ਸ਼ਾਮ ਤੱਕ ਨਹੀਂ ਖਰਾਬ ਹੋਏਗਾ, ਨਾ ਸੁੱਕੇਗਾ। ਇਹ ਛੱਕ ਕੇ ਵੇਖੋ, ਪਰੌਂਠੇ ਤੋਂ ਵੱਧ ਸਵਾਦ ਬਣੇਗਾ। ਸੋ ਇੱਕ ਬੇਨਤੀ ਇਹ ਪ੍ਰਵਾਨ ਕਰੋ ਕਿ ਤਲੀਆਂ ਚੀਜ਼ਾਂ ਘਟਾ ਦਿਓ, ਬਿਲਕੁਲ ਬੰਦ ਨਹੀਂ ਕਰਨ ਦੀ ਲੋੜ। ਕਦੀ ਕਦੀ ਥੋੜ੍ਹੀ ਥੋੜ੍ਹੀ ਜਿਹੀ ਮਾਤਰਾ ਵਿੱਚ ਛਕ ਲਿਆ ਕੋਈ ਵੀ ਪਦਾਰਥ, ਉਹਦਾ ਕੋਈ ਲੰਬਾ ਚੌੜਾ ਨੁਕਸਾਨ ਨਹੀਂ, ਸਰੀਰ ਪ੍ਰਵਾਨ ਕਰਦਾ। ਪਰ ਮੋਟੇ ਰੂਪ ਦੇ ਵਿੱਚ ਇਹ ਹੈ ਕਿ ਸੁਪੱਚ ਭੋਜਨ ਕਰ ਦਿਓ। ਦਾਲਾਂ ਪ੍ਰਸ਼ਾਦਾ ਚੋਪੜਿਆ ਨੁਕਸਾਨ ਨਹੀਂ ਕਰਦਾ, ਤਲਿਆ ਕਰਦਾ। ਦਾਲ ਦੇ ਵਿੱਚ ਲੋੜ ਅਨੁਸਾਰ ਆਪਾਂ ਥੰਧਿਆਈ ਪਾਈਏ, ਜਿੰਨੀ ਕੁ ਪਚਦੀ ਹੈ, ਜਿੰਨੀ ਕੁ ਅਸੀਂ ਵਰਜਿਸ਼ ਕਰਦੇ ਹਾਂ, ਉਹਦੇ ਹਿਸਾਬ ਨਾਲ ਸਾਦਗੀ ਵਾਲਾ ਭੋਜਨ ਬਣਾਈਏ। ਹੁਣ ਇੱਥੇ ਇੱਕ ਹੋਰ ਚੀਜ਼ ਹੈ ਕਿ ਮੈਨੂੰ ਇਹ ਚੀਜ਼ ਸਵਾਦ ਲੱਗਦੀ ਹੈ, ਸਮੋਸੇ ਸਵਾਦ ਲੱਗਦੇ ਨੇ, ਪਕੌੜੇ ਲੱਗਦੇ ਨੇ, ਨਾਲ ਚਟਨੀ ਇਮਲੀ ਦੀ ਹੋਵੇ, ਨਾਲ ਮਿੱਠੀ ਚਟਨੀ ਇਮਲੀ ਦੀ ਹੋਵੇ, ਸਮੋਸਿਆਂ ਨਾਲ ਬੜਾ ਸਵਾਦ ਆਉਂਦਾ। ਠੀਕ ਹੈ, ਵੈਸੇ ਨਿੰਦਿਆ ਚੁਗਲੀ ਕਰੀਏ ਨਾ ਕਿਸੇ ਦੀ, ਉਹਦਾ ਵੀ ਸਮੋਸਿਆਂ ਨਾਲ ਚਟਨੀ ਖਾਣ ਤੋਂ ਬਹੁਤਾ ਜ਼ਿਆਦਾ ਨਿੰਦਿਆ ਕਰਨ ਦਾ ਸਵਾਦ ਆਉਂਦਾ। ਕਿਸੇ ਦੀ ਉਸਤਤ ਕਰੀਏ ਤਾਂ ਉੱਕਾ ਹੀ ਬੇਸਵਾਦੀ ਹੋ ਜਾਂਦੀ ਹੈ। ਸੋ ਇਸ ਕਰਕੇ ਆਪਾਂ ਇਹਨਾਂ ਆਪਣੀ ਜੀਭ ਦਾ ਸਵਾਦ ਜੋ ਬਣਾਇਆ, ਅਸੀਂ ਬਣਾਇਆ, ਆਪਣੇ ਆਪ ਨਹੀਂ ਬਣਿਆ, ਬਣਾਇਆ, ਉਹਨੂੰ ਬਦਲਿਆ ਜਾ ਸਕਦਾ। ਇਸੇ ਤਰ੍ਹਾਂ ਹੀ ਬੇਨਤੀ ਹੈ ਕਿ ਲੂਣ ਦੀ ਮਾਤਰਾ ਘਟਾ ਦਿਓ, ਛੱਡਣਾ ਨਹੀਂ, ਕਿਉਂਕਿ ਲੂਣ ਦੀ ਲੋੜ ਹੈ ਸਰੀਰ ਨੂੰ। ਅਤੇ ਮਿੱਠੇ ਦੀ ਮਾਤਰਾ ਵੀ ਘਟਾ ਦਿਓ। ਮਿੱਠੇ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਚਿੱਟੀ ਖੰਡ, ਸ਼ੱਕਰ ਦੇ ਵਿੱਚ ਉਹਨਾਂ ਨੁਕਸਾਨ ਨਹੀਂ ਜਿੰਨਾ ਚਿੱਟੀ ਖੰਡ 'ਚ ਹੈ। ਔਰ ਖੰਡ ਜਿਹੜੀ ਹੈ ਉਹਨੂੰ ਪਾਚਨ ਕਰਨ ਲਈ ਫਿਰ ਵਰਜਿਸ਼ ਦੀ ਲੋੜ ਹੈ, ਉਹ ਆਪਾਂ ਕਰਨੀ ਨਹੀਂ ਹੁੰਦੀ। ਇਸ ਕਰਕੇ ਖੰਡ ਦੀ, ਮਿੱਠੇ ਦੀ ਮਾਤਰਾ ਵੀ ਘਟਾ ਦਿਓ। ਇਹ ਯਤਨ ਕਰੋ, ਜਿਵੇਂ ਡਾਕਟਰ ਇਕਬਾਲ ਸਿੰਘ ਜੀ ਕਹਿੰਦੇ ਨੇ ਕਿ ਫਲਾਂ ਸਬਜ਼ੀਆਂ ਵਿੱਚ ਜਿੰਨੀ ਮਿਠਾਸ ਹੈ ਉਸੇ ਅਨੁਸਾਰ ਅਸੀਂ ਆਪਣੀ ਜੀਭ ਦਾ ਸਵਾਦ ਬਣਾ ਲਈਏ। ਮੈਂ ਤਾਂ ਉਹਨਾਂ ਦਾ ਬਚਨ ਮੰਨ ਕੇ ਬਣਾ ਲਿਆ। ਮੈਂ ਦੁੱਧ ਬੜੀ ਖੰਡ ਪਾ ਕੇ ਪੀਂਦਾ, ਹੁਣ ਮੈਂ ਬਿਲਕੁਲ ਹੀ ਫਿੱਕਾ ਪੀਂਦਾ। ਦੁੱਧ ਸੱਚੀ ਮੁੱਚੀ ਦੁੱਧ 'ਚ ਮਿਠਾਸ ਹੁੰਦੀ ਹੈ, ਸਾਰੇ ਫਲਾਂ 'ਚ ਮਿਠਾਸ ਹੁੰਦੀ ਹੈ। ਅਸੀਂ ਆਪਣੀ ਜੀਭ ਦਾ ਸਵਾਦ ਜੇ ਉਹੋ ਜਿਹਾ ਬਣਾ ਸਕੀਏ ਤਾਂ, ਤੇ ਸਵਾਦ ਬਦਲੇ ਜਾਂਦੇ ਨੇ, ਕਿਉਂਕਿ ਇਹ ਇੱਕ ਆਦਤ ਹੈ ਜੋ ਅਸਾਂ ਬਣਾ ਲਈ ਹੈ। ਮੈਂ ਬਹੁਤਾ ਮਿੱਠਾ ਖਾਣਾ, ਬਹੁਤੀਆਂ ਮਿਰਚਾਂ ਖਾਣੀਆਂ ਨੇ, ਜਾਂ ਮੈਂ ਫਿੱਕਾ ਖਾਣਾ। ਸਾਡਾ ਪਰਮਾਤਮਾ ਨੇ ਨਹੀਂ ਸਵਾਦ ਬਣਾਇਆ, ਅਸੀਂ ਆਪ ਬਣਾਇਆ। ਪਰ ਇਹਦੇ ਨਾਲ ਨਾਲ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਸਰੀਰ ਨੂੰ ਆਯੁਰਵੇਦ ਅਨੁਸਾਰ 6 ਰਸਾਂ ਦੀ ਲੋੜ ਹੈ। 6 ਰਸ ਨੇ, ਮਧੁਰ, ਲਵਣ, ਅਮਲ, ਤਿਕਤ, ਕਟੂ ਤੇ ਕਸ਼ਾਏ। ਮਧੁਰ, ਲਵਣ, ਤਿਕਤ, ਕਟੂ, ਕਸ਼ਾਏ 6 ਰਸ ਨੇ। ਇਹਨਾਂ 6ਾਂ ਦੀ ਸਰੀਰ ਨੂੰ ਲੋੜ ਹੈ। ਸੋ ਜਿੰਨੀ ਜਿੰਨੀ ਕੁ ਸਾਡੇ ਸਰੀਰ ਦੀ ਆਯੂ ਦੇ ਰੋਗ ਦੇ ਅਨੁਸਾਰ ਲੋੜ ਹੋਵੇ, ਉਹਨਾਂ ਕੁ ਆਪਾਂ ਵਰਤੀਏ। ਪਰ ਵਿਸ਼ੇਸ਼ ਬੇਨਤੀ ਇਹ ਹੈ ਕਿ ਬਾਣੀ ਅਨੁਸਾਰ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਸ ਕਰਕੇ ਗੁਰਬਾਣੀ ਦੀ ਇਸ ਤੁਕ ਨੂੰ ਮੰਨਦੇ ਹੋਏ ਆਪਣੇ ਭੋਜਨ ਦੇ ਵਿੱਚ ਖੰਡ ਘਟਾ ਦਿਓ। ਚਿੱਟੇ ਚੌਲਾਂ ਦੀ ਥਾਂ ਤੇ ਖਾਕੀ ਚੌਲ, ਜਿਨ੍ਹਾਂ ਨੂੰ ਬਰਾਊਨ ਰਾਈਸ ਆਂਦੇ ਨੇ, ਉਹਨਾਂ ਦੀ ਵਰਤੋਂ ਕਰ ਲਈਏ। ਚਿੱਟੀ ਖੰਡ ਦੀ ਥਾਂ ਤੇ ਦੇਸੀ ਖੰਡ ਜਾਂ ਭੂਰੀ ਖੰਡ ਦੀ ਵਰਤੋਂ ਕਰ ਲਈਏ। ਕੁੱਲ ਮਿਲਾ ਕੇ ਇਹ ਯਤਨ ਕਰੀਏ ਕਿ ਖੰਡ ਪਾਉਣ ਨੂੰ ਘਟਾਇਆ ਜਾਵੇ, ਤਲੀਆਂ ਚੀਜ਼ਾਂ ਨੂੰ ਘਟਾ ਦਈਏ। ਅਤੇ ਇੱਕ ਹੋਰ ਕੰਮ ਕਰਕੇ ਵੇਖੀਏ ਨਾ,
ਨਵੀਆਂ ਲੀਆਂ ਪਾਈਏ, ਗੱਲ ਕੋਈ ਨਹੀਂ ਗਈ, ਕਿਸੇ ਨੇ ਸ਼ੁਰੂ ਹੀ ਕਰਨਾ ਹੁੰਦਾ। ਸਾਰਿਆਂ ਨੂੰ ਨਾਮਧਾਰੀ ਸੰਗਤ ਨੂੰ ਵਿਸ਼ੇਸ਼ ਰੂਪ 'ਚ ਬੇਨਤੀ ਹੈ ਕਿ ਅੱਗੇ ਵੀ ਆਪ ਜੀ ਨੇ ਮੇਰੀਆਂ ਬੜੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਨੇ, ਇੱਕ ਹੋਰ ਬੇਨਤੀ ਪ੍ਰਵਾਨ ਕਰੋ। ਕੋਈ ਪ੍ਰਾਹੁਣਾ ਘਰ ਵਿੱਚ ਆਵੇ, ਉਹਨੂੰ ਚਾਹ ਪਿਆਉਣ ਦੀ ਥਾਂ 'ਤੇ ਉਹਨੂੰ ਖੀਰਾ ਤੇ ਮੂਲੀ ਕੱਟ ਕੇ ਨਾਲ ਲੂਣ ਮਿਰਚ ਦੇ ਦਿਓ ਜਾਂ ਲੂਣ ਲਾ ਕੇ ਦੇ ਦਿਓ। ਹੱਸਣ ਦੀ ਗੱਲ ਹੈ, ਗੱਲ ਚੰਗੀ ਹੈ, ਕਰਕੇ ਵੇਖੋ। ਆਪ ਵੀ ਜਿੱਥੇ ਜਾਓ, ਜਿਹੜਾ ਆਂਦਾ ਚਾਹ ਦੇਣੀ ਉਹਨੂੰ ਆਖ ਨਹੀਂ ਖੀਰਾ ਟਮਾਟਰ ਲਿਆ ਕੱਟ ਕੇ। ਨਵੀਂ ਲੀਹ ਪਾਉਣ ਲੱਗਿਆ, ਥੋੜੀ ਜਿਹੀ ਤੰਗੀ ਤੇ ਆਏਗੀ, ਪਰ ਹੌਲੀ 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 ਇੱਕ ਲੀਹ ਪੈ ਜਾਏਗੀ, ਗੱਲ ਕੁਛ ਨਹੀਂ। ਕਿਉਂਕਿ ਇਹ ਤਾਜ਼ੇ ਫਲ ਸਬਜ਼ੀਆਂ, ਕੋਈ ਵੀ ਫਲ ਕਿਉਂਕਿ ਫਲਾਂ ਦੀ ਮੈਂ ਤਾਂ ਨਹੀਂ ਗੱਲ ਕਰਦਾ, ਫਲ ਮਹਿੰਗੇ ਨੇ ਔਰ ਹਰ ਮਨੁੱਖ ਫਲਾਂ 'ਤੇ ਖਰਚਾ ਨਹੀਂ ਕਰ ਸਕਦਾ। ਦੂਸਰੀ ਗੱਲ, ਫਲਾਂ 'ਚ ਮਿੱਠਾ ਜ਼ਿਆਦਾ ਹੁੰਦਾ ਹੈ। ਬਹੁਤ ਸਾਰੇ ਸੱਜਣ ਕਹਿੰਦੇ ਨੇ ਜੀ ਮੈਂ ਕੇਲਾ ਨਹੀਂ ਖਾ ਸਕਦਾ, ਮੈਂ ਅੰਬ ਨਹੀਂ ਖਾ ਸਕਦਾ, ਮੈਨੂੰ ਸ਼ੂਗਰ ਹੋਈ। ਬਈ ਖੀਰਾ ਟਮਾਟਰ ਮੂਲੀ ਦੇ ਵਿੱਚ ਤਾਂ ਕੋਈ ਐਸੀ ਸਮੱਸਿਆ ਨਹੀਂ, ਕਿਉਂ ਜੀ, ਚੱਲ ਸਕਦੀ ਹੈ ਨਾ। ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕਰ ਲਈਏ, ਕਿਉਂਕਿ ਬਾਣੀ ਵਿੱਚ ਲਿਖਿਆ ਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਆਪਾਂ ਉਹ ਬਚਨ ਮੰਨ ਕੇ ਕੌੜੇ ਸਾਧ ਤੋਂ ਬਚ ਗਏ ਅਤੇ ਦੇਹ ਅਰੋਗ ਕਰਨ ਵਾਲੇ ਪਾਸੇ ਨੂੰ ਤੁਰੀਏ। ਇਸੇ ਤਰ੍ਹਾਂ ਆਯੁਰਵੇਦ ਅਨੁਸਾਰ ਜੇ ਆਪਾਂ ਆਪਣਾ ਸਰੀਰ ਅਰੋਗ ਰੱਖਣਾ ਤਾਂ ਆਪਾਂ ਨੂੰ ਦੋ ਕੰਮ ਕਰਨ ਦੀ ਲੋੜ ਹੈ। ਬਹੁਤ ਧਿਆਨ ਨਾਲ ਸੁਣਿਓ ਜੇ। ਕਿਹੜੇ ਦੋ ਕੰਮ? ਵਰਜਿਸ਼ ਅਤੇ ਠੰਡੀ ਖੁਰਾਕ। ਤੁਸੀਂ ਆਖੋਗੇ ਵੀ ਡਾਕਟਰ ਤੇ ਮਨਾ ਕਰਦੇ ਨੇ ਠੰਡੀ ਖੁਰਾਕ, ਤੂੰ ਕਿਉਂ ਆਨਾ? ਮੈਂ ਇਹ ਤਾਂ ਨਹੀਂ ਆਉਂਦਾ ਨਾ ਵੀ ਘਿਓ ਦਾ ਬਾਟਾ ਪੀ ਜਾਓ। ਮੈਂ ਕਹਿੰਦਾ ਜਿੰਨੀ ਕੁ ਸੌਖੀ ਬਚੇ। ਹੁਣ ਜਿਸ ਯੁੱਗ 'ਚ ਆਯੁਰਵੇਦ ਵਾਲਿਆਂ ਲਿਖਿਆ ਉਸ ਯੁੱਗ ਵਿੱਚ ਗੱਲ ਹੀ ਹੋਰ ਸੀ, ਪਰ ਫਿਰ ਵੀ ਸੰਧਿਆਈ ਦੀ ਤਾਂ ਲੋੜ ਹੀ ਲੋੜ ਹੈ ਸਰੀਰ ਨੂੰ। ਇਹ ਦੋ ਚੀਜ਼ਾਂ ਜੇ ਆਪਾਂ ਕਰਾਂਗੇ, ਤੁਸੀਂ ਕਰਕੇ ਦੇਖੋ। ਜੇ ਵਰਜਿਸ਼ ਕਰਦੇ ਰਹੋਗੇ, ਵਰਜਿਸ਼ ਕੀਤਿਆਂ ਬਹੁਤ ਰੋਗ ਆਉਂਦੇ ਹੀ ਨਹੀਂ। ਜੇ ਕੋਈ ਰੋਗ ਆ ਜਾਵੇ ਉਹਦਾ ਬਹੁਤਾ ਪ੍ਰਭਾਵ ਨਹੀਂ ਹੁੰਦਾ ਅਤੇ ਸਾਡੀ ਵਾਪਸੀ ਸਰੀਰ ਅਰੋਗ ਕਰਨ ਦੀ ਸ਼ਕਤੀ ਬੜੀ ਵਧੀ ਹੁੰਦੀ ਹੈ। ਕਰਕੇ ਦੇਖੋ। ਔਰ ਵਰਜਿਸ਼ ਵਿੱਚ ਵੀ ਜਿਨ੍ਹਾਂ ਨੂੰ ਸੰਭਵ ਹੋਵੇ, ਸਭ ਤੋਂ ਵਧੀਆ ਵਰਜਿਸ਼ ਤੈਰਾਕੀ ਹੈ ਆਯੁਰਵੇਦ ਅਨੁਸਾਰ। ਤਰਨਾ, ਜਿੱਥੇ ਜਿੱਥੇ ਸਵਿਮਿੰਗ ਪੂਲ ਹੋਣ, ਤਰਨ ਤਲਾਬ 'ਤੇ ਜਾ ਕੇ ਤਰੋ, ਨਹਿਰਾਂ ਦਰਿਆਵਾਂ 'ਤੇ ਤਰੋ। ਜਿਨ੍ਹਾਂ ਕੋਲ ਨਹੀਂ, ਉਹ ਘਰਾਂ 'ਚ ਆਪਣੀ ਗੋਡੀ ਕਰਨੀ ਸ਼ੁਰੂ ਕਰ ਦਿਓ, ਕੋਈ ਖੇਤਾਂ 'ਚ ਕੰਮ ਕਰਨਾ ਸ਼ੁਰੂ ਕਰ ਦਿਓ। ਜਿਹੜੇ ਜਿਮ ਜਾਂਦੇ ਨੇ ਉਹ ਵੀ ਠੀਕ ਹੈ, ਚੰਗੀ ਗੱਲ ਹੈ। ਭਾਵ ਸਰੀਰਕ ਵਰਜਿਸ਼ ਹੋਣੀ ਚਾਹੀਦੀ ਚਾਹੀਦੀ। ਇਸੇ ਤਰ੍ਹਾਂ ਸਾਡੇ ਸਰੀਰ ਦੇ 3 ਥੰਮ ਨੇ ਆਯੁਰਵੇਦ ਅਨੁਸਾਰ, ਜਿਹਦੇ ਚੋਂ 2 ਥੰਮ ਨੇ। ਇੱਕ ਹੈਗਾ ਭੋਜਨ, ਦੂਸਰਾ ਥੰਮ ਹੈ ਨੀਂਦ। ਜੇ ਸਾਡੀ ਨੀਂਦ ਤੇ ਭੋਜਨ ਦੋ ਚੀਜ਼ਾਂ ਸਹੀ ਰੂਪ 'ਚ ਪੂਰੀਆਂ ਹੁੰਦੀਆਂ ਨੇ, ਫਟਾਫਟ ਰੋਗੀ ਨਹੀਂ ਹੁੰਦਾ। ਪਰ ਹੁੰਦਾ ਕੀ ਹੈ ਕਿ ਆਪਾਂ ਕਰ ਲਈ ਨੌਕਰੀ। ਨੌਕਰੀ ਕਿਹਦੀ ਕਰ ਲਈ? ਟੈਲੀਫੋਨ ਦੀ। ਮੋਬਾਈਲ ਦੇ ਅਸੀਂ ਨੌਕਰ, ਇੰਟਰਨੈਟ ਦੇ ਅਸੀਂ ਨੌਕਰ, ਵਟਸਐਪ ਦੇ ਅਸੀਂ ਨੌਕਰ, ਫੇਸਬੁੱਕ ਦੇ ਅਸੀਂ ਨੌਕਰ, ਟੈਲੀਵਿਜ਼ਨ ਦੇ ਨੌਕਰ। ਉਹ ਨੌਕਰੀ ਜਿਹੜੀ ਆ, ਪੈਸੇ ਅਸੀਂ ਦਿੰਦੇ ਹਾਂ, ਹੁਕਮ ਉਹਨਾਂ ਦਾ ਚੱਲਦਾ ਸਾਡੇ 'ਤੇ। ਜਦੋਂ ਜੀ ਕਰਦਾ ਰੋਟੀ ਖਾਂਦੇ ਨੂੰ, ਗੁਸਲਖਾਨੇ 'ਚ ਗਏ ਨੂੰ, ਟੈਲੀਫੋਨ ਖੜਕ ਪਿਆ, ਵਿੱਚ ਹੀ ਭੱਜ ਉੱਠਦੇ ਆ। ਜੇ ਟੈਲੀਵਿਜ਼ਨ ਨਾ ਵੇਖੀਏ ਰੋਟੀ ਖਾਂਦਿਆਂ ਖਾਂਦਿਆਂ, ਉਹ ਕੰਪਨੀ ਵਾਲੇ ਬੜੇ ਨਾਰਾਜ਼ ਹੁੰਦੇ ਨੇ, ਪੁਲਿਸ ਭੇਜ ਦੇਣਗੇ ਘਰ। ਕੀ ਕਰੀਏ? ਬੜੀ ਸਮੱਸਿਆ ਬਣੀ ਪਈ ਹੈ। ਸੋ ਇਸ ਕਰਕੇ ਇਹਨਾਂ ਸਾਰਿਆਂ ਦੀ ਨੌਕਰੀ ਛੱਡੋ। ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਸਾਡਾ ਦੇਸ਼ ਸੁਤੰਤਰ ਹੋਇਆ। ਤੁਸੀਂ ਆਪਣੇ ਸੁਤੰਤਰ ਦੇਸ਼ 'ਚ ਰਹਿੰਦੇ ਹੋ, ਆਪਣੀ ਬੁੱਧੀ ਵੀ ਸੁਤੰਤਰ ਕਰੋ। ਆਪਣੀ ਬੁੱਧੀ ਸੁਤੰਤਰ ਕਰਕੇ ਤੇ ਇੱਥੇ ਆਓ। ਨਹੀਂ ਬਈ, ਇੰਨੇ ਘੰਟੇ ਵਟਸਐਪ, ਫੇਸਬੁੱਕ, ਇੰਟਰਨੈਟ ਸਭ ਨੂੰ ਛੁੱਟੀ। ਜਾਓ ਤੁਸੀਂ ਵੀ ਚੰਗੀ ਤਰ੍ਹਾਂ ਨਹਾ ਧੋ ਕੇ ਆਓ, ਰੋਟੀ ਪਾਣੀ ਖਾਓ। ਉਹਨਾਂ ਚਿਰ ਆਪਾਂ ਵੀ ਖਾ ਪੀ ਲਿਆ ਕਰੀਏ, ਆਪਾਂ ਵੀ ਆਰਾਮ ਕਰੀਏ। ਆਪਾਂ ਭੇਡ ਚਾਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਗੁਲਾਮ ਹੋ ਗਏ ਹਾਂ। ਅਤੇ ਸਾਧ ਸੰਗਤ ਜੀ,
मेरी बेनती प्रवान करो, दसवंध कढ़ना शुरू करो। ये दसवंध मैं नहीं मंग रहा, पैसों का नहीं कह रहा, मैं दे अरोगता की गल की है। अपनी सेहत वास्ते 2.5 घंटे का दसवंध कढ़ो। 24 घंटिया चों 2.5 घंटे हो गए ना। 2.5 घंटे दसवंध कढ़ो, जिहदे विच 15-20 मिनट अपने शरीर से आपे ही मालिश करनी है जरूर। उस तो उपरंत अद्धा घंटा पौना घंटा प्राणायाम, योग आसन, इस इत आदिक वर्जिश करो। 1 घंटा वर्जिश होर अनेक प्रकार की वो वर्जिश करिए, ताकि 2.5 घंटे सिर्फ अपने शरीर को अरोग रखने वास्ते आप लाइए। जे आप जी ये कृपा करोगे, ये बहुत रोग आउंदे ही नहीं। ये नाल एक होर बेनती आप जी को कर दें, क्योंकि जिमें नवे नवे रोग पैदा हो रहे हैं, उन्हां दे विच एक रोग है एलर्जी। वो बड़ी तरह की है, वो किन्ने 100 ही टैसट ने, सैकड़े दवाइयां, बड़ा लंबा चौड़ा चक्कर है। एलर्जी तो बचन वास्ते, क्योंकि आयुर्वेद का तो भाव ही ये है ना कि आयु लंबी होवे, दे अरोग रवे। आपां जे पहलों यतन ही ये करिए कि सानू एलर्जी होवे ही ना, करके तो वेखीए ना। ਉਹਦੇ वास्ते सब तो वड्डी गल ये है कि असीं अपने बचपन तो ही अपने बच्चों को मिट्टी च खेडन दईए। मिट्टी तो दूर ना करो, एयर कंडीशन दे विच रख के बड़े सुंदर कपड़ियां च जदों लपेट के रखोगे, जदों बाहर निकलेगा उन्होंने कुछ ना कुछ होना ही होना, क्योंकि रोग निरोधक शक्ति समाप्त हो चुकी है, इम्यूनिटी नहीं रह गई। मिट्टी तो दूर ना होवो, किसी ना किसी रूप दे विच कुत्ता बिल्ली और मुख रूप दे विच गौआं आदि उन्हां पशुआं दे नाल साडा संपर्क हुंदा रवे। जे आपां इसे तरह धुप विच जाइए, सवेर शाम की धुप और करड़ी धुप दे विच जे जाओगे, फटाफट एलर्जी नहीं होएगी। 3 चीज़ां ने, मिट्टी तो दूर नहीं होना, पशुआं तो दूर नहीं होना, अते धुप तो दूर नहीं होना। जे 3 चीज़ां करिए फटाफट एलर्जी नहीं होती। सो ये बेनतियां अरोग रखने वास्ते ने। ते इहदे नाल ही एक होर बेनती है कि अपने हरेक घर दे विच तुलसी जरूर लाओ। तुलसी का पौधा जरूर लाओ जी। तुसीं आखोगे भी तू सिख है, तुलसी तो हिंदुआं दी है। बई तुलसी हिंदुआं दी कित्थों हो गई? तुलसी वास्ते तो बाणी दे विच लिखिया होया, तुलसी का बिरवा भला, उन्होंने आपां किवें कढ़ देंगे? उत्थे ये नहीं लिखिया कि तुलसी नहीं लाउणी, घर विच हिंदुआं दी है। वैसे जे आप हिंदुआं की चीज़ छड्डांगे, की छड्डांगे? हिंदू भी साह लेंदे ने, आपां भी लेने, वो भी बंद करिए। वो पानी पींदे, रोटी खांदे ने, आपां भी बंद करिए। नहीं, तुलसी एक जड़ी बूटी है जिहड़ी साडे शरीर नूं अरोग रखदी है। मैं इस वास्ते नहीं कह रहा कि तुलसी घर विच ला के उहदी पूजा करो। पूजा करनी ना करनी वो तुहाडी इच्छा है किसी दी। तुलसी घर विच लाओ, उहदे पत्ते 5-7 पत्ते सवेरे निरने पेट रोज़ ही हरेक जी ਉਹਦੇ पत्ते छकेगा, ਉਹਦੇ नाल फटाफट बहुत सारे रोग ਹੁੰਦੇ ही नहीं। करके वेखो। और ਉਹਦੇ होर अनेक लाभ ने तुलसी के, ਜਿਹੜੇ मैं लिख के कुछ परचे वंडे भी सन, उन्होंने ते आप जी पढ़ लियो। इत्थे मैं ज़्यादा उस वेर विच नहीं जाता। साध संगत जी, आयुर्वेद अपनाओ। आयुर्वेद साडे देश की पैथी है। ये पद्धति साडे देश की है। अपने चीज़ दियाँ, अपने देश की पुरातन सभ्यता, पुरानियां चीज़ां सानू अपनाउणियां चाहीदियां ने। आयुर्वेद हिंदुआं दा नहीं हैगा। जिहदा जी करे चरक, सुश्रित, अष्टांग हृदय, इन्हां ग्रंथां नूं पढ़ के देख लो कि उत्थे लिखिया कि ये हिंदुआं दे ग्रंथ ने जां हिंदुआं वास्ते ही है। नहीं, ये साडे पूर्वजां ने साडे भले वास्ते बनाए ने। उन्होंने दिव्य दृष्टि सी। उन्होंने उस समय विच
इस तरह ਦੀਆਂ ਚੀਜ਼ਾਂ ਸਾਡੇ ਵਾਸਤੇ ਲਿਖ ਦਿੱਤੀਆਂ ਨੇ ਜਿਹੜੀਆਂ ਅੱਜ ਵੀ ਲੋਕਾਂ ਦੇ ਵਿੱਚ ਪੂਰੀਆਂ ਲਾਭਦਾਇਕ ਹੋ ਰਹੀਆਂ ਨੇ। ਆਯੁਰਵੇਦ ਸਾਡੇ ਦੇਸ਼ ਦਾ ਇਹ ਠੀਕ ਹੈ। ਅੱਜ ਐਲੋਪੈਥੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ, ਕਿਉਂਕਿ ਸਾਡਾ ਰਹਿਣ ਸਹਿਣ ਇਹੋ ਜਿਹਾ ਹੋ ਗਿਆ। ਔਰ ਐਲੋਪੈਥੀ ਬਣੀ ਉਸ ਯੁੱਗ ਵਿੱਚ ਹੈ ਜਦੋਂ जिस तरह का साडा रहन सहन है वो अनुसार उन्होंने बना लईए, पर आयुर्वेद नूं पहल दईए। ये नाल ही मैं एक होर बेनती कर देवां कि असीं किसी भी चीज़ नूं ये कह के ना छड्डीए ये हिंदुआं दी है जां ये मुसलमानां दी है, ये जैनियां दी है, बोधियां दी है। नहीं, चंगी चीज़ किसी नूं भी आपां ग्रहण कर लईए, माड़ी वस्तु नूं छड्ड दईए। चंगी नूं ग्रहण कर लो, माड़ी नूं छड्ड लो, पर यह कह के कि यह हिंदुआं दी है, मुसलमानां दी है, इस करके नहीं। क्योंकि गुरबाणी विच सिख नूं विचारवान बनन दा हुक्म है। थाल विच तिन वस्तु पईओ, सत संतोख विचारो। जे आपां विचार करके चंगी तरह देखांगे ਆਪਾਂ ਨੂੰ बड़ा कुछ ਲੱਭੇਗਾ। ਜਦੋਂ ਆਪਾਂ ਭੇਡ ਚਾਲ ਦੇ ਵਿੱਚ ਕਿਸੇ ਦਾ ਵਿਰੋਧ ਕਰੀ ਜਾਂਦੇ ਆ, ਉਦੋਂ ਗੁਰਬਾਣੀ ਦੇ ਉਲਟ ਜਾਂਦੇ ਆ, ਫਿਰ ਸਾਡੀ ਬੁੱਧੀ ਕੰਮ ਨਹੀਂ ਕਰਦੀ। ਔਰ ਇਹ ਵੀ ਬੇਨਤੀ ਹੈ, ਜਿਵੇਂ ਆਯੁਰਵੇਦ ਸਾਡੇ ਦੇਸ਼ ਦਾ ਹੈ, ਇਸੇ ਤਰ੍ਹਾਂ ਯੋਗ ਆਸਨ ਵੀ ਸਾਡੇ ਦੇਸ਼ ਦੇ ਨੇ। ਅਸੀਂ ਭਾਰਤ ਵਾਸੀਆਂ ਨੇ ਸਾਰਿਆਂ ਨੂੰ ਦਿੱਤੇ ਨੇ। ਭਾਰਤ ਵਿਸ਼ਵ ਗੁਰੂ ਹੈ, ਜਿਹਨੇ ਬਹੁਤ ਚੀਜ਼ਾਂ ਬਾਕੀ ਦੇਸ਼ਾਂ ਨੂੰ, ਬਾਕੀ ਲੋਕਾਂ ਨੂੰ ਦਿੱਤੀਆਂ ਨੇ। उन्होंने अपना लिया, आप भुल गए। अज स्वामी रामदेव जी ने कृपा की है, सब नूं योग सिखा दिता। किन्ने लोग बिना दवाइयां तो ही अरोग हो गए ने, कोई खर्चा नहीं। हुण साडे कुछ सज्जन ये कहंदे ने नहीं, योग हिंदुआं दा है, असीं योग दिवस ते योग नहीं करना, क्योंकि मोदी जी ने आख्या, इस करके असीं नहीं करना। गल भावें किन्नी चंगी होवे, योग दिवस ते असीं योग नहीं करना, असीं गतका खेडना। मैं उन्होंने बहुत निमरता सहित पूछदा कि गतका किहदा है? जे योग हिंदुआं दा, गतका किहदा है? गतका कित्थों आया है? गतका कोई सिखां दी इन्वेंशन, सिखां दी काढ़ नहीं हैगी। ये तां वैरागी नागे वो साधु साडे तो किते पहलों सैकड़े हज़ारां साल पहलों खेडदे सी। युद्ध कौशल तां साडे देश शुरू तो ही हैगा। सो इस करके गतका जां योग, ये जो भी विद्या हैगियां ने, ये साडे देश दियां ने। असीं भारत देश दे स्वामी हाँ, असीं भारत देश के मालक हाँ। ये क्यों आके छड्डीए आ हिंदुआं दी है, आ फलाणियां दी, फलाणियां दी। असीं ये चीज़ नहीं अपनाउणी, साडी चीज़ है। साडे वड्डियां ने उहदी काढ़ कढी, असीं उहदा त्याग क्यों करना? सो इस करके मेरी बेनती है कि गुरबाणी नूं मन्नो ਅਤੇ ਗੁਰਬਾਣੀ ਵਿੱਚ ਜੋ ਲਿਖਿਆ ਹੈ ਉਹਦੇ ਅਨੁਸਾਰ ਵਿਚਾਰਵਾਨ ਬਣ ਕੇ ਕੀ ਕਰੋ। ਜਿੰਨੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਨੂੰ ਅਪਣਾ ਲਓ, ਮਾੜੀਆਂ ਛੱਡ ਦਿਓ।